ਸੋ ਹਰੀਆਂ ਚਿੜੀਆਂ ਪ੍ਰੋਜੈਕਟ ਸ਼ੁਰੂ ਹੋਇਆ ਸੀ ਵੇਸਟ ਕਲੌਥ ਤੋਂ ਕੱਪੜੇ ਬਣਾ ਕੇ ਉਹਨਾਂ ਨੂੰ ਸੇਲ ਕਰਨਾ ਤਾਂ ਕਿ ਅਸੀਂ ਸਿੰਗਲ ਯੂਜ਼ ਪਲਾਸਟਿਕ ਨੂੰ ਨਾ ਕਹਿ ਸਕੀਏ ਅਤੇ ਬਾਇਓਡੀਗ੍ਰੇਡੇਬਲ ਜਾਂ ਫਿਰ ਜਿਹੜੇ ਇਕੋ ਫਰੈਂਡਲੀ ਚੀਜ਼ਾਂ ਜਿਹੜੀਆਂ ਨੇ ਉਹਦੇ ਰਿਪਲੇਸਮੈਂਟ ਵਿੱਚ ਯੂਜ਼ ਕਰ ਸਕੀਏ। ਫਿਰ ਉਹ ਥੈਲੇ ਜਿਹੜੇ ਸੇਲ ਹੁੰਦੇ ਨੇ, ਕਈ ਵਾਰ ਐਗਜ਼ੀਬਿਸ਼ਨ ਲਗਾਉਂਦੇ ਆ, ਕਈ ਵਾਰ ਸਾਡੇ ਕੋਲ ਕੋਈ ਆ ਕੇ ਪੁੱਛ ਜਾਂਦੇ ਨੇ ਕਿ ਹਾਂਜੀ ਸਾਨੂੰ ਥੈਲੇ ਚਾਹੀਦੇ ਨੇ, ਅਤੇ ਉਹ ਜਿਹੜੀ ਆਮਦਨੀ ਹੁੰਦੀ ਹੈ ਉਹ ਅਸੀਂ ਉਹਨਾਂ ਲੜਕੀਆਂ ਦੇ ਵਿੱਚ ਡਿਸਟਰੀਬਿਊਟ ਕਰਦੇ ਹਾਂ। ਤੁਸੀਂ ਕਿਉਂਕਿ ਫ੍ਰੀ ਆਫ ਕਾਸਟ ਜਿਹੜਾ ਕਿ ਲੜਕੀਆਂ ਨੂੰ ਸਿਲਾਈ ਦੇ ਰਹੇ ਹੋ, ਸਿਖਾ ਰਹੇ ਹੋ, ਔਰ ਉਹਨਾਂ ਲਈ ਵੀ ਇੱਕ ਰੋਜ਼ਗਾਰ ਬਣ ਰਿਹਾ ਹੈ। ਕਿਉਂਕਿ ਕੋਈ ਵੀ ਬਿਜ਼ਨਸ ਜਾਂ ਕੰਮ ਸ਼ੁਰੂ ਕਰਨਾ ਤੁਹਾਨੂੰ ਇਨਵੈਸਟਮੈਂਟ ਕਰਨੀ ਪਏਗੀ। ਉਹਨੂੰ ਧਿਆਨ 'ਚ ਰੱਖਦੇ ਹੋਏ ਹਰੀਆਂ ਚਿੜੀਆਂ ਸ਼ੁਰੂ ਹੋਇਆ ਕਿ ਪੁਰਾਣੇ ਕੱਪੜੇ, ਤਾਂ ਕਿ ਬੇਸਿਕ ਇਨਵੈਸਟਮੈਂਟ ਨਾ ਕਰਨੀ ਪਵੇ। ਛੋਟੀ ਮੋਟੀ ਇਨਵੈਸਟਮੈਂਟ ਉਹ ਮੈਂ ਆਪਣੀ ਪੋਕਟ 'ਚੋਂ ਕਰਦੀ ਹਾਂ, ਜਦ ਕਿ ਮੇਰਾ ਆਪਣਾ ਕੰਮ ਵੀ ਇਫੈਕਟ ਹੋਇਆ ਬੁਰੀ ਤਰ੍ਹਾਂ। ਪਰ ਜਦੋਂ ਇੱਕ ਆਈਡੀਆ ਆ ਗਿਆ ਫਿਰ ਤੁਸੀਂ ਉਹਦੇ ਲਈ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੇ ਹੋ। ਜਜ਼ਬਾ ਆਉਂਦਾ, ਚੱਲ ਹੈਰਾਨ ਤੇ ਤੁਰਿਓ, ਠੀਕ ਹੈ ਹੁਣ ਹਰਾ ਕੇ ਦਿਖਾਓ। ਮੇਰੀ ਕੋਸ਼ਿਸ਼ ਰਹੂਗੀ ਜਿੱਤਣ ਦੀ, ਤੁਸੀਂ ਹੈਰਾਨ ਦੀ ਕਰੋ। ਉਸ ਵੇਲੇ ਫਿਰ ਤੁਹਾਡਾ ਦਿਮਾਗ ਤੁਹਾਨੂੰ ਆਈਡੀਆਜ਼ ਵੀ ਦਿੰਦਾ ਹੈ। ਫਿਰ ਕੁਝ ਲੜਕੀਆਂ ਸਾਡੇ ਕੋਲ ਆਈਆਂ, ਕਹਿੰਦੀਆਂ ਅਸੀਂ ਸਿੱਖਣਾ, ਅਸੀਂ ਕੰਮ ਕਰਨਾ ਹੈ ਪਰ ਸਾਨੂੰ ਆਉਂਦਾ ਨਹੀਂ ਹੈ। ਉਹਦਾ ਜੀ ਮੈਂ ਆਪਣੀ ਫਰੈਂਡਸ ਨਾਲ ਗੱਲ ਕੀਤੀ, ਕਹਿੰਦੇ ਫਿਰ ਤੁਸੀਂ ਟ੍ਰੇਨਿੰਗ ਦੇ ਲਓ। ਸਾਡੇ ਦੋ ਜਿਹੜੀਆਂ ਸ਼ਾਖਾਵਾਂ ਚੱਲ ਰਹੀਆਂ ਨੇ, ਇੱਕ ਤਾਂ ਹੈ ਵੇਸਟ ਕਲੌਥ ਨੂੰ ਰੀਸਾਈਕਲ ਕਰਨਾ, ਉਹ 'ਚ ਅਸੀਂ ਥੈਲੇ ਬੈਗ, ਡਿਜ਼ਾਈਨਰ ਬੈਗ ਵੀ ਬਣਾ ਰਹੇ ਹਾਂ, ਜਿੱਦਾਂ ਫੁੱਟ ਮੈਟਸ ਬਣ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਸਨੇਹਾ ਟੀਵੀ ਤੇ ਮੈਂ ਹਾਂ ਸ਼ਗੁਨ। ਜਿਵੇਂ ਕਿ ਹਰ ਵਾਰ ਤੁਹਾਡੇ ਲਈ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ, ਸੋ ਅੱਜ ਦਾ ਪ੍ਰੋਗਰਾਮ ਵੀ ਕੁਝ ਵੱਖਰਾ ਹੋਣ ਵਾਲਾ ਹੈ। ਹਰ ਵਾਰੀ ਤੁਹਾਡੇ ਲਈ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ, ਜਿੱਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਕੁਝ ਇਸ ਤਰੀਕੇ ਦੇ ਨਾਲ ਹੀ ਹੈ। ਅਕਸਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਵੇਸਟ ਚੀਜ਼ਾਂ ਜਿਹੜੀਆਂ ਪਈਆਂ ਹੁੰਦੀਆਂ ਨੇ, ਪਲਾਸਟਿਕ ਹੋਏ, ਕੱਪੜੇ ਹੋਣ, ਗਮਲੇ ਹੋ ਜਾਣ, ਜਾਂ ਕੁਝ ਵੀ ਵੇਸਟ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਹੈ, ਸੋ ਇਸੇ ਵੇਸਟ ਨੂੰ ਲੈ ਕੇ ਇੱਕ ਪ੍ਰੋਜੈਕਟ ਹੈ ਜਿਹੜਾ ਉਹ ਸਟਾਰਟ ਕੀਤਾ ਹੈ। ਜਿਨ੍ਹਾਂ ਨੇ ਸਟਾਰਟ ਕੀਤਾ ਹੈ ਉਹਨਾਂ ਦਾ ਨਾਮ ਹੈ ਰਮਨਪ੍ਰੀਤ ਮੈਮ। ਸੋ ਉਹਨਾਂ ਦਾ ਜਿਹੜਾ ਪ੍ਰੋਜੈਕਟ ਹੈ ਬੇਸਿਕਲੀ ਉਹਦਾ ਨਾਮ ਹੈ ਹਰੀਆਂ ਚਿੜੀਆਂ, ਜੋ ਕਿ ਉਹ ਕਾਫੀ ਟਾਈਮ ਤੋਂ ਚਲਾ ਰਹੇ ਨੇ, ਔਰ ਜਿਹੜੀਆਂ ਔਰਤਾਂ ਦੇ ਲਈ ਉਹਨਾਂ ਨੇ ਰੋਜ਼ਗਾਰ ਵੀ ਪੈਦਾ ਕੀਤਾ ਹੈ। ਸੋ ਹਰੀਆਂ ਚਿੜੀਆਂ ਪ੍ਰੋਜੈਕਟ ਹੈ ਕੀ ਹੈ, ਲੜਕੀਆਂ ਦੇ ਲਈ ਉਹਨਾਂ ਨੇ ਰੋਜ਼ਗਾਰ ਕਿਵੇਂ ਪੈਦਾ ਕੀਤਾ ਹੈ, ਸਭ ਕੁਝ ਜਾਣਦੇ ਆ। ਲੇਕਿਨ ਸਭ ਤੋਂ ਪਹਿਲਾਂ ਮੈਮ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ ਹੈ। ਸ਼ਗੁਨ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਮੈਮ, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਹਰੀਆਂ ਚਿੜੀਆਂ ਪ੍ਰੋਜੈਕਟ ਹੈ ਕੀ ਹੈ। ਸ਼ਗੁਨ, ਹਰੀਆਂ ਚਿੜੀਆਂ ਜਿਹੜਾ ਪ੍ਰੋਜੈਕਟ ਹੈ ਇਹ ਇਨਵਾਇਰਨਮੈਂਟ ਨਾਲ ਜੁੜਿਆ ਹੋਇਆ ਹੈ, ਔਰ ਇਹਦੇ 3 ਮਕਸਦ ਕਹਿ ਸਕਦੇ ਹੋ। ਪਹਿਲਾ ਮਕਸਦ ਹੈ ਵੇਸਟ ਮੈਨੇਜਮੈਂਟ, ਦੂਸਰਾ ਹੈ ਵਿਮਨ ਐਮਪਾਵਰਮੈਂਟ, ਤੀਸਰਾ ਹੈ ਇੰਪਲੋਇਮੈਂਟ ਜਨਰੇਸ਼ਨ। ਹੁਣ ਸਭ ਤੋਂ ਪਹਿਲਾਂ ਜਿਵੇਂ ਮੈਂ ਬਿਆਨ ਕੀਤਾ ਹੈ ਵੇਸਟ ਮੈਨੇਜਮੈਂਟ, ਅਤੇ ਜਦੋਂ ਅਸੀਂ ਵੇਸਟ ਦੀ ਗੱਲ ਕਰਦੇ ਹਾਂ, ਵੇਸਟ ਕਈ ਤਰ੍ਹਾਂ ਦਾ ਹੈ। ਵੈਟ ਵੇਸਟ ਹੈ, ਡਰਾਈ ਵੇਸਟ ਹੈ। ਡਰਾਈ ਵੇਸਟ ਵਿੱਚੋਂ ਅੱਗੇ ਵੁੱਡ ਹੈ, ਮੈਟਲ ਹੈ, ਪਰ ਉਹਨਾਂ ਸਾਰਿਆਂ 'ਚੋਂ ਮੈਂ ਕਲੌਥ ਵੇਸਟ ਨੂੰ ਚੁਣਿਆ ਹੈ। ਕਲੌਥ ਵੇਸਟ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੈ ਔਰ ਸਾਡੇ ਧਿਆਨ 'ਚ ਵੀ ਨਹੀਂ ਆਉਂਦਾ। ਔਰ ਤੁਸੀਂ ਰਿਅਲਾਈਜ਼ ਕਰੋਗੇ ਕਿ ਅਸੀਂ ਆਪਣੀ ਆਮਦਨੀ ਦਾ, ਹਰ ਕੋਈ ਆਪਣੀ ਆਮਦਨੀ ਦਾ ਇੱਕ ਵੱਡਾ ਹਿੱਸਾ ਅਸੀਂ ਆਪਣੇ ਕੱਪੜਿਆਂ 'ਤੇ ਖਰਚ ਕਰਦੇ ਹਾਂ। ਔਰ ਤੁਸੀਂ ਆਪਣਾ ਹੀ ਵਾਰਡਰੋਬ ਚੈੱਕ ਕਰ ਲੈਣਾ, ਉਹਦੇ 'ਚੋਂ ਇੰਨੇ ਕੱਪੜੇ ਹੋਣਗੇ, ਨਿਕਲ ਆਉਣਗੇ ਬਹੁਤ ਸਾਰੇ ਕੱਪੜੇ ਜਿਹੜੇ ਤੁਸੀਂ ਅਨਨੈਸੈਸਰੀਲੀ ਖਰੀਦੇ ਹੋਏ ਨੇ। ਦੂਸਰਾ, ਪਾਏ ਵੀ ਬਹੁਤ ਘੱਟ ਵਾਰ ਗਏ ਨੇ। ਤੀਸਰਾ, ਜਦੋਂ ਤੁਸੀਂ ਉਹਨਾਂ ਨੂੰ ਡਿਸਕਾਰਡ ਕਰਦੇ ਹੋ ਉਦੋਂ ਬਹੁਤ ਚੰਗੀ ਹਾਲਤ ਵਿੱਚ ਹੁੰਦੇ ਨੇ, ਤਾਂ ਉਹ ਵੀ ਇੱਕ ਤਰ੍ਹਾਂ ਦਾ ਕੂੜਾ ਕ੍ਰੀਏਟ ਕਰਦੇ ਨੇ। ਸਵੱਛ ਭਾਰਤ ਮਿਸ਼ਨ ਨਗਰ ਨਿਗਮ ਜਲੰਧਰ ਨਾਲ ਪ੍ਰੋਗਰਾਮ ਕੋਆਰਡੀਨੇਟਰ ਅਤੇ ਕਮਿਊਨਿਟੀ ਫੈਸਿਲੀਟੇਟਰ ਦੇ ਤੌਰ 'ਤੇ ਕੰਮ ਕਰਦੇ ਹੋਏ, ਅਤੇ ਉਸ ਤੋਂ ਪਹਿਲਾਂ ਕਿਉਂਕਿ ਵੱਖ-ਵੱਖ ਰੋਲਸ ਦੇ ਵਿੱਚ ਮੈਨੂੰ ਜੁੜਨ ਦਾ ਮੌਕਾ ਮਿਲਿਆ ਨਗਰ ਨਿਗਮ ਜਲੰਧਰ ਨਾਲ, ਤਾਂ ਉਦੋਂ ਅਹਿਸਾਸ ਹੋਇਆ ਕਿ ਸ਼ਹਿਰ ਦੇ ਵਿੱਚ ਕੂੜੇ ਦੀ ਕਿੱਡੀ ਸਮੱਸਿਆ ਹੈ। ਸਾਰੀਆਂ ਸਮੱਸਿਆਵਾਂ ਮੈਂ ਇਕੱਲੇ ਤਾਂ ਨਹੀਂ ਸੀ ਕਰ ਸਕਦੀ, ਮੈਂ ਜ਼ਿੰਮੇਵਾਰੀ ਲੈ ਲਈ ਕਲੌਥ ਵੇਸਟ ਦੀ। ਉਹਦੇ 'ਚ ਅਸੀਂ ਪੁਰਾਣੇ ਕੱਪੜੇ ਇਕੱਠੇ ਕਰਦੇ ਹਾਂ ਔਰ ਉਹਨਾਂ ਦੇ ਬੈਗ ਬਣਾਉਂਦੇ ਹਾਂ। ਪਹਿਲਾਂ ਅਸੀਂ ਬੈਗ ਦਾ ਹੀ ਟੀਚਾ ਰੱਖਿਆ ਸੀਗਾ, ਥੈਲੇ ਬਣਾਵਾਂਗੇ ਅਤੇ ਥੈਲੇ ਵੇਚਾਂਗੇ, ਤਾਂ ਕਿ ਲੋਕ ਸਿੰਗਲ ਯੂਜ਼ ਪਲਾਸਟਿਕ ਨੂੰ ਬੰਦ ਕਰਨ, ਕਿਉਂਕਿ ਉਹ ਵੀ ਕੂੜੇ ਦਾ ਇੱਕ ਬਹੁਤ ਵੱਡਾ ਰੂਪ ਹੈ। ਜਦੋਂ ਅਸੀਂ ਕਈ ਵਾਰ ਡੰਪਸ 'ਤੇ ਖੜ੍ਹੇ ਹੋ ਕੇ ਚੈੱਕ ਕਰਦੇ ਹਾਂ ਸੈਕੰਡਰੀ ਕਲੈਕਸ਼ਨ ਪੁਆਇੰਟਸ ਦੇ ਉੱਪਰ, ਉਹਨਾਂ ਵਿੱਚ ਕੂੜੇ ਦੀ ਵਧੇਰੇ ਮਾਤਰਾ ਹੁੰਦੀ ਹੈ ਸਿੰਗਲ ਯੂਜ਼ ਪਲਾਸਟਿਕ, ਚਾਹੇ ਉਹ ਕਟਲਰੀ ਹੈ, ਚਾਹੇ ਪਲੇਟਸ ਨੇ, ਚਾਹੇ ਵਾਟਰ ਦੀਆਂ ਬੋਟਲਸ ਨੇ ਜਾਂ ਗਲਾਸ ਨੇ।
ਉਹ ਇੰਨੀ ਵੱਡੀ ਮਾਤਰਾ ਵਿੱਚ ਨੇ ਔਰ ਤੁਸੀਂ ਮੰਨੋਗੇ ਉਹਦਾ ਵੋਲਿਊਮ ਇੰਨਾ ਜ਼ਿਆਦਾ ਹੁੰਦਾ ਉਹਨੂੰ ਸਾਂਭਣਾ ਬਹੁਤ ਮੁਸ਼ਕਿਲ ਹੈ। ਹਵਾ ਚੱਲਦੀ ਹੈ, ਪਲਾਸਟਿਕ ਦੇ ਲਿਫਾਫੇ, ਪਲਾਸਟਿਕ ਦੇ ਗਿਲਾਸ, ਈਵਨ ਬੋਤਲਾਂ ਵੀ ਜਿਹੜੀਆਂ ਹੁੰਦੀਆਂ ਨੇ ਉੱਡ ਕੇ ਆਸ-ਪਾਸ ਖਿਲਰਦੀਆਂ ਨੇ। ਸੋ ਸਿੰਗਲ ਯੂਜ਼ ਪਲਾਸਟਿਕ ਦੇ ਕਚਰੇ ਨੂੰ ਜਿੰਨਾ ਉਹ ਖਤਰਨਾਕ ਹੈ ਨਾ ਉਹਨਾਂ ਨੂੰ ਸੰਭਾਲਣਾ ਵੀ ਬਹੁਤ ਮੁਸ਼ਕਿਲ ਹੈ। ਸੋ ਹਰੀਆਂ ਚਿੜੀਆਂ ਪ੍ਰੋਜੈਕਟ ਸ਼ੁਰੂ ਹੋਇਆ ਸੀ ਵੇਸਟ ਕਲੌਥ ਤੋਂ ਕੱਪੜੇ ਬਣਾ ਕੇ ਉਹਨਾਂ ਨੂੰ ਸੇਲ ਕਰਨਾ, ਤਾਂ ਕਿ ਅਸੀਂ ਸਿੰਗਲ ਯੂਜ਼ ਪਲਾਸਟਿਕ ਨੂੰ ਨਾ ਕਹਿ ਸਕੀਏ ਅਤੇ ਬਾਇਓਡੀਗ੍ਰੇਡੇਬਲ ਜਾਂ ਫਿਰ ਜਿਹੜੇ ਇਕੋ ਫਰੈਂਡਲੀ ਚੀਜ਼ਾਂ ਜਿਹੜੀਆਂ ਨੇ ਉਹਦੇ ਰਿਪਲੇਸਮੈਂਟ ਵਿੱਚ ਯੂਜ਼ ਕਰ ਸਕੀਏ। ਫਿਰ ਦੂਜਾ ਪਰਪਸ ਇਹ ਸੀਗਾ ਕਿ ਜੇ ਅਸੀਂ ਕਿਸੇ ਚੀਜ਼ ਦਾ ਰਿਪਲੇਸਮੈਂਟ ਦੇਣੀ ਹੈ ਤਾਂ ਉਹ 'ਤੇ ਖਰਚਾ ਹੋਏਗਾ। ਉਸ ਖਰਚੇ ਨੂੰ ਘੱਟ ਕਰਨ ਲਈ ਅਸੀਂ ਨਵੇਂ ਕੱਪੜਿਆਂ ਨੂੰ ਤਰਜੀਹ ਨਾ ਦਿੰਦੇ ਹੋਏ ਪੁਰਾਣੇ ਕੱਪੜਿਆਂ ਨੂੰ ਤਰਜੀਹ ਦਿੱਤੀ। ਤੀਸਰਾ ਜਿਹੜਾ ਪੁਆਇੰਟ ਕਿ ਉਹਨਾਂ ਪੁਰਾਣੇ ਕੱਪੜਿਆਂ ਨੂੰ ਕਲੈਕਟ ਅਸੀਂ ਆਪਣੀ ਮਦਦ ਦੇ ਨਾਲ ਕਰ ਲਈਦਾ, ਆਪਣੇ ਸਾਥੀਆਂ ਦੀ ਮਦਦ ਨਾਲ। ਮੇਰੀਆਂ ਫਰੈਂਡਸ ਨੇ, ਕੁਛ ਅਦਾਰੇ ਜੁੜੇ ਹੋਏ ਨੇ ਨਾਲ, ਅਤੇ ਉਹਨਾਂ 'ਚੋਂ ਕੁਛ ਔਰਤਾਂ ਦਾ, ਕੁਛ ਲੜਕੀਆਂ ਦਾ ਗਰੁੱਪ ਬਣਾਇਆ ਜਿਹੜੀ ਥੈਲੇ ਬਣਾਉਂਦੀਆਂ ਨੇ। ਫਿਰ ਉਹ ਥੈਲੇ ਜਿਹੜੇ ਸੇਲ ਹੁੰਦੇ ਨੇ, ਕਈ ਵਾਰ ਐਗਜ਼ੀਬਿਸ਼ਨ ਲਗਾਉਂਦੇ ਹਾਂ, ਕਈ ਵਾਰ ਸਾਡੇ ਕੋਲ ਕੋਈ ਆ ਕੇ ਪੁੱਛ ਜਾਂਦੇ ਨੇ ਕਿ ਹਾਂਜੀ ਸਾਨੂੰ ਥੈਲੇ ਚਾਹੀਦੇ ਨੇ, ਅਤੇ ਉਹ ਜਿਹੜੀ ਆਮਦਨੀ ਹੁੰਦੀ ਹੈ ਉਹ ਅਸੀਂ ਉਹਨਾਂ ਲੜਕੀਆਂ ਦੇ ਵਿੱਚ ਡਿਸਟਰੀਬਿਊਟ ਕਰਦੇ ਹਾਂ। ਪਰ ਹਾਲੇ ਉਹ ਆਮਦਨੀ ਬਹੁਤ ਘੱਟ ਹੈ। ਸੋ ਕਈ ਵਾਰ ਮੇਰੀਆਂ ਫਰੈਂਡਸ ਆਪਣੇ ਕੋਲੋਂ ਉਹਨਾਂ ਲਈ ਅਰਨਿੰਗ ਦੇ ਜਾਂਦੀਆਂ ਨੇ, ਕਿਉਂਕਿ ਜਿਹੜੀਆਂ ਵੀ ਕੁੜੀਆਂ ਇੱਥੇ ਕੰਮ ਕਰਦੀਆਂ ਨੇ, ਜੋ ਕੰਮ ਕਰੀ ਜਾ ਰਹੀਆਂ ਨੇ ਉਹ ਕੰਮ ਉਹ ਰਜਿਸਟਰ 'ਚ ਨੋਟ ਕਰੀ ਜਾਂਦੀਆਂ, ਅਤੇ ਸਾਨੂੰ ਪਤਾ ਲੱਗਦਾ ਰਹਿੰਦਾ ਕਿ 15 ਦਿਨ ਬਾਅਦ, 20 ਦਿਨ ਬਾਅਦ ਜਾਂ ਮਹੀਨੇ ਬਾਅਦ ਕਿਹੜੀ ਲੜਕੀ ਦੇ ਕਿੰਨੇ ਪੈਸੇ ਬਣ ਗਏ। ਅਤੇ ਫਿਰ ਜਿਵੇਂ ਜਿਵੇਂ ਸਾਡੇ ਕੋਲ ਪੈਸੇ ਦਾ ਫਲੋ ਆਉਂਦਾ ਅਸੀਂ ਇੱਕ ਇੱਕ ਕਰਕੇ ਸਭ ਦੀ ਪੇਮੈਂਟ ਕਰਦੇ ਰਹੀਦੇ ਆ। ਪਰ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਲਈ ਹਲੇ ਬਹੁਤ ਕੁਝ ਕਰਨਾ ਬਾਕੀ ਹੈ। ਸਿਰਫ ਇੱਕ ਸਟੈਪ ਹੈ, ਪਹਿਲਾ ਸਟੈਪ ਹੈ ਸਾਡਾ। ਮੈਮ, ਇਹ ਪਹਿਲੇ ਸਟੈਪ ਦੇ ਵਿੱਚ ਜਿਹੜਾ ਤੁਸੀਂ ਲੜਕੀਆਂ ਦੇ ਲਈ ਰੋਜ਼ਗਾਰ ਵੀ ਪੈਦਾ ਕਰ ਰਹੇ ਹੋ, ਜਿੱਦਾਂ ਤੁਸੀਂ ਮੈਨੂੰ ਕਿਹਾ ਕਿ ਜਿਹੜਾ ਕੱਪੜੇ ਦਾ ਵੇਸਟ ਹੈ ਉਹ ਤੁਸੀਂ ਇਕੱਠਾ ਕਰ ਰਹੇ ਹੋ। ਸੋ ਉਹ ਜਿਹੜਾ ਕੱਪੜੇ ਦਾ ਵੇਸਟ ਹੈ, ਜਾਂ ਮੈਂ ਇੱਥੇ ਆਸ-ਪਾਸ ਦੇਖ ਪਾ ਰਹੀ ਹਾਂ ਕਿ ਜਿਵੇਂ ਤੁਸੀਂ ਬੋਟਲਸ ਦੇ ਨਾਲ ਇੱਥੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਕਿ ਪਲਾਸਟਿਕ ਵੇਸਟ ਵੀ ਤੁਸੀਂ ਜਿਹੜਾ ਨਹੀਂ ਹੋਣ ਦਿੱਤਾ ਕਿ ਇਨਵਾਇਰਮੈਂਟ ਖਰਾਬ ਕਰਦਾ ਹੈ। ਸੋ ਜਿਹੜਾ ਜਿੰਨਾ ਵੀ ਵੇਸਟ ਹੈ ਉਹ ਕੱਪੜੇ ਦਾ ਵੇਸਟ ਹੋ ਗਿਆ ਜਾਂ ਪੇਪਰਸ ਦਾ ਵੇਸਟ ਹੋ ਗਿਆ, ਉਹ ਤੁਹਾਡੇ ਤੱਕ ਕਿੱਦਾਂ ਪਹੁੰਚਦਾ ਹੈ? ਜਿਹੜਾ ਮੈਂ ਦੱਸਿਆ ਕਲੌਥ ਵੇਸਟ ਅਸੀਂ ਆਪਣੇ ਫਰੈਂਡਸ ਤੋਂ ਇਕੱਠਾ ਕਰਦੇ ਹਾਂ। ਫਿਰ ਕਈ ਵਾਰ ਮੈਂ ਸੋਸ਼ਲ ਮੀਡੀਆ ਦੇ ਉੱਪਰ ਆਪਣੀ ਕੋਈ ਨਾ ਕੋਈ ਕੈਂਪੇਨ ਪਾ ਦਿੰਦੀ ਹਾਂ, ਅਤੇ ਉੱਥੋਂ ਕਈ ਵਾਰ ਕਾਲਸ ਆ ਜਾਂਦੀਆਂ ਕਿ ਅਸੀਂ ਕਲੌਥ ਦੇਣਾ ਚਾਹੁੰਦੇ ਹਾਂ ਜਾਂ ਵੈਸੇ ਹੈਲਪ ਕਰਨਾ ਚਾਹੁੰਦੇ ਹਾਂ। ਹਾਲੇ ਉਹ ਰਿਸਪੌਂਸ ਮਿਲਣਾ ਸ਼ੁਰੂ ਹੋਇਆ, ਪਰ ਉਹ ਬਹੁਤ ਛੋਟੇ ਲੈਵਲ 'ਤੇ ਹੈਗਾ। ਔਰ ਦੂਸਰੀ ਗੱਲ, ਜਿਵੇਂ ਪਲਾਸਟਿਕ ਕਿੱਦਾਂ ਇਕੱਠਾ ਕਰਦੇ ਹਾਂ, ਹੁਣ ਮੇਰੀ ਆਦਤ ਹੀ ਬਣ ਗਈ ਹੈ ਕਿ ਘਰ 'ਚ ਕੋਈ ਬੋਤਲ, ਕੋਈ ਕੇਨੀ ਫ੍ਰੀ ਹੋਈ ਹੈ ਅਤੇ ਮੇਰੇ ਤੋਂ ਜਿਹੜੀ ਹੈ ਉਹ ਸੁੱਟੀ ਨਹੀਂ ਜਾਣੀ, ਕੂੜੇ 'ਚ ਨਹੀਂ ਸੁੱਟੀ ਜਾਣੀ। ਮੈਨੂੰ ਉਹ 'ਚ ਕੁਛ ਨਾ ਕੁਛ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਕਿ ਅੱਛਾ ਇਹ ਪਲਾਂਟਰ ਹੈ, ਅੱਛਾ ਇਹ ਸਾਡਾ ਕੰਟੇਨਰ ਹੋ ਸਕਦਾ। ਤੁਸੀਂ ਅੰਦਰ ਦੇਖੋਗੇ, ਸਾਨੂੰ ਜਦੋਂ ਸਮਾਨ ਤਿਆਰ ਕਰ ਲਿਆ, ਮੰਨ ਲਓ ਅਸੀਂ ਥੈਲੇ ਤਿਆਰ ਕਰ ਲਏ, ਅਸੀਂ ਪੇਪਰ ਦੇ ਬੈਗ ਵੀ ਬਣਾਉਣੇ ਆ, ਕਾਗਜ਼ ਦੇ ਲਿਫਾਫੇ। ਹੁਣ ਉਹਨਾਂ ਨੂੰ ਜਦੋਂ ਅਸੀਂ ਐਗਜ਼ੀਬਿਸ਼ਨ ਲੱਗਣੀ ਹੈ, ਲੈ ਕੇ ਜਾਣਾ, ਉਹ ਅਸੀਂ ਕੱਚ ਲੈ ਕੇ ਜਾਈਏ, ਤਾਂ ਉਹਦੇ ਲਈ ਵੀ ਅਸੀਂ ਵੇਸਟ ਤੋਂ ਹੀ ਕੰਟੇਨਰ ਬਣਾਏ ਹੋਏ ਨੇ। ਜਿਹੜੀਆਂ ਆਇਲ ਦੀਆਂ ਕੇਨੀਆਂ ਹੁੰਦੀਆਂ ਨੇ 5-5 ਲੀਟਰ ਦੀਆਂ, ਵਾਟਰ ਬੋਟਲਸ ਹੁੰਦੀਆਂ ਨੇ ਵੱਡੀਆਂ ਵਾਲੀਆਂ ਜਿਹੜੀਆਂ ਆਪਾਂ ਰੈਬਰਸ 'ਤੇ ਲਗਾਉਂਦੇ ਹਾਂ, ਉਹਨਾਂ ਨੂੰ ਕੱਟ ਕੇ ਬੜੇ ਡਿਜ਼ਾਈਨਰ, ਬੜੇ ਸੋਹਣੇ ਅਸੀਂ ਕੰਟੇਨਰ ਬਣਾਏ ਨੇ। ਪਲਾਸਟਿਕ ਹੋ ਗਿਆ, ਕੱਪੜੇ ਹੋ ਗਏ, ਈਵਨ ਕਾਗਜ਼, ਐਗ ਸ਼ੈਲਸ ਜਿਹੜੀਆਂ, ਐਗ ਦੀਆਂ ਟਰੇਜ਼ ਜਿਹੜੀਆਂ ਹੁੰਦੀਆਂ ਨੇ, ਉਹਨਾਂ ਤੋਂ ਵੀ ਪੇਪਰ ਮੇਸ਼ੇ ਦਾ ਹਾਲੇ ਸਟਾਰਟਿੰਗ ਲੈਵਲ 'ਤੇ ਹੈ, ਉਹਨੂੰ ਬਣਾ ਰਹੇ ਹਾਂ ਅਤੇ ਉਹਨੂੰ ਬਣਾ ਕੇ ਡੈਕੋਰੇਸ਼ਨ ਦੇ ਤੌਰ 'ਤੇ ਯੂਜ਼ ਕਰ ਰਹੇ ਹਾਂ। ਮੈਮ, ਇਹ ਤਾਂ ਇੱਕ ਬਹੁਤ ਵਧੀਆ ਜਿਹੜਾ ਇਨੀਸ਼ੀਏਟਿਵ ਤੁਸੀਂ ਲਿੱਤਾ ਕਿ ਇਹਦੇ ਨਾਲ ਇਨਵਾਇਰਮੈਂਟ ਵੀ ਕਲੀਨ ਰਹੇਗਾ, ਜਿਹੜਾ ਕਿ ਸਮਾਨ ਹੈ, ਵੇਸਟ ਹੈ, ਉਹ ਵੀ ਯੂਜ਼ ਹੁੰਦਾ ਰਹੇਗਾ। ਸੋ ਇਸ ਦੇ ਨਾਲ ਹੀ ਜਿਹੜਾ ਤੁਸੀਂ ਇੱਕ ਹੋਰ ਇਨੀਸ਼ੀਏਟਿਵ ਲਿੱਤਾ ਕਿ ਔਰਤਾਂ ਦੇ ਲਈ ਰੋਜ਼ਗਾਰ, ਤੁਸੀਂ ਮੈਨੂੰ ਜਦੋਂ ਆਪਾਂ ਮਿਲੇ ਸੀਗੇ ਦੱਸ ਰਹੇ ਸੀਗੇ ਕਿ ਲੋਕਡਾਊਨ ਦੇ ਵਿੱਚ ਜਿਹੜਾ ਤੁਸੀਂ ਲੜਕੀਆਂ ਨੂੰ ਸਿਲਾਈ ਜਿਹੜੀ ਸਿਖਾਉਣੀ ਸ਼ੁਰੂ ਕੀਤੀ ਸੀਗੀ। ਸੋ ਉਹ ਤੁਸੀਂ ਕਿਵੇਂ ਸੋਚਿਆ ਸੀਗਾ ਕਿ ਤੁਸੀਂ, ਕਿਉਂਕਿ ਫ੍ਰੀ ਆਫ ਕਾਸਟ ਜਿਹੜਾ ਕਿ ਲੜਕੀਆਂ ਨੂੰ ਸਿਲਾਈ ਦੇ ਰਹੇ ਹੋ, ਸਿਖਾ ਰਹੇ ਹੋ, ਔਰ ਉਹਨਾਂ ਲਈ ਵੀ ਇੱਕ ਰੋਜ਼ਗਾਰ ਬਣ ਰਿਹਾ ਹੈ। ਇਸ ਤਰ੍ਹਾਂ ਸ਼ਗੁਨ ਕਈ ਚੀਜ਼ਾਂ ਨਾ ਇੰਟਰਕਨੈਕਟਡ ਹੁੰਦੀਆਂ ਨੇ। ਜਦੋਂ ਲੋਕਡਾਊਨ ਸੀਗਾ ਅਤੇ ਸਾਰਿਆਂ ਦੇ ਵਾਂਗੂ ਮੈਨੂੰ ਵੀ ਆਪਣੇ ਕੰਮ 'ਚੋਂ, ਆਪਣੇ ਰੋਜ਼ਗਾਰ 'ਚੋਂ, ਆਪਣੀ ਜਿਹੜੀ ਪ੍ਰੋਫੈਸ਼ਨਲ ਲਾਈਫ ਹੈ ਉਹ 'ਚੋਂ ਇੱਕ ਬ੍ਰੇਕ ਮਿਲੀ, ਜ਼ਬਰਦਸਤੀ ਵਾਲੀ ਬ੍ਰੇਕ, ਜਿਹਦਾ ਨੁਕਸਾਨ ਵੀ ਕਾਫੀ ਹੋਇਆ, ਪ੍ਰੋਫੈਸ਼ਨਲੀ ਨੁਕਸਾਨ ਹੋਇਆ। ਪਰ ਉਸ ਵੇਲੇ ਦਿਮਾਗ ਨੇ ਇੱਦਾਂ ਚੱਲਣਾ ਸ਼ੁਰੂ ਕਰਤਾ ਕਿ ਕਹਿੰਦੇ ਨੇ ਨਾ, ਇੱਕ ਕੋਟੇਸ਼ਨ ਬੜੀ ਫੇਮਸ ਹੈ, ਸਰਵਾਈਵਲ ਆਫ ਫਿਟੈਸਟ। ਮੈਂ ਤਾਂ ਬਹੁਤ ਬਿਲੀਵ ਕਰਦੀ ਹਾਂ। ਇਸ ਤੋਂ ਪਹਿਲਾਂ ਕਿ ਤੁਸੀਂ ਇਨਵਾਇਰਮੈਂਟ ਨੂੰ ਬਲੇਮ ਕਰੋ, ਤੁਸੀਂ ਸਿਸਟਮ ਨੂੰ ਬਲੇਮ ਕਰੋ, ਤੁਸੀਂ ਜਿਹਨੂੰ ਮਰਜ਼ੀ ਬਲੇਮ ਕਰੋ, ਜਦੋਂ ਮੁਸੀਬਤ ਸਿਰ 'ਤੇ ਪੈ ਗਈ ਹੈ ਤਾਂ ਉਸ ਵੇਲੇ ਡਿਸਾਈਡ ਕਰੋ ਕਿ ਤੁਸੀਂ ਜ਼ਿੰਦਾ ਰਹਿਣਾ ਕਿ ਮਰਨਾ ਹੈ। ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਨਹੀਂ ਕੋਈ ਫਾਇਦਾ ਨਹੀਂ ਹੈ ਤਾਂ ਤੁਸੀਂ ਸਰੈਂਡਰ ਕਰ ਦਿੰਦੇ ਹੋ, ਗਿਵ ਅਪ ਕਰ ਦਿੰਦੇ ਹੋ। ਪਰ ਜਦੋਂ ਤੁਹਾਨੂੰ ਲੱਗਦਾ ਕਿ ਅੱਛਾ ਚੁਣੌਤੀ ਆ ਗਈ ਹੈ, ਚੈਲੰਜ ਆ ਗਿਆ, ਅਤੇ ਉਸ ਵੇਲੇ ਜਿਹੜੇ ਲੋਕਾਂ ਅੰਦਰ ਕਹਿੰਦੇ ਨਾ ਦਿਮਾਗ ਦੀ ਬੱਤੀ ਜਲ ਜਾਂਦੀ ਹੈ, ਜਾਂ ਅੰਦਰ ਇੱਕ ਤੁਹਾਡੇ ਜਜ਼ਬਾ ਆਉਂਦਾ, ਚੱਲ ਹੈਰਾਨ ਤੇ ਤੁਰਿਓ, ਠੀਕ ਹੈ ਹੁਣ ਹਰਾ ਕੇ ਦਿਖਾਓ, ਮੇਰੀ ਕੋਸ਼ਿਸ਼ ਰਹੂਗੀ ਜਿੱਤਣ ਦੀ, ਤੁਸੀਂ ਹੈਰਾਨ ਦੀ ਕਰੋ। ਉਸ ਵੇਲੇ ਫਿਰ ਤੁਹਾਡਾ ਦਿਮਾਗ ਤੁਹਾਨੂੰ ਆਈਡੀਆਜ਼ ਵੀ ਦਿੰਦਾ, ਅਤੇ ਜਦੋਂ ਤੁਸੀਂ ਆਪਣੇ ਕਿਸੇ ਚੰਗੀ ਨੀਅਤ ਦੇ ਨਾਲ, ਔਰ ਸਿਰਫ ਆਪਣੇ ਭਲੇ ਲਈ ਨਹੀਂ, ਹੋਰ 4 ਲੋਕ
5 ਵੀ ਨਾ ਹੋਣ ਭਾਵੇਂ 4 ਲੋਕਾਂ ਦੇ ਭਲੇ ਦੀ ਨਾਲ ਗੱਲ ਸੋਚਦੇ ਹੋ, ਕੁਦਰਤ ਤੁਹਾਡਾ ਸਾਥ ਦਿੰਦੀ ਹੈ। ਅਤੇ ਲੋਕਡਾਊਨ 'ਚ ਮੈਂ ਇਹ ਸ਼ੁਰੂ ਕੀਤਾ ਸੀਗਾ ਕਿ ਕੋਈ ਇੱਦਾਂ ਦਾ ਕੰਮ ਸ਼ੁਰੂ ਕੀਤਾ ਜਾਏ ਜਿਸ 'ਚ, ਕਿਉਂਕਿ ਕੋਈ ਵੀ ਬਿਜ਼ਨਸ ਜਾਂ ਕੰਮ ਸ਼ੁਰੂ ਕਰਨਾ ਤੁਹਾਨੂੰ ਇਨਵੈਸਟਮੈਂਟ ਕਰਨੀ ਪਏਗੀ। ਉਹਨੂੰ ਧਿਆਨ 'ਚ ਰੱਖਦੇ ਹੋਏ ਹਰੀਆਂ ਚਿੜੀਆਂ ਸ਼ੁਰੂ ਹੋਇਆ ਕਿ ਪੁਰਾਣੇ ਕੱਪੜੇ, ਤਾਂ ਕਿ ਬੇਸਿਕ ਇਨਵੈਸਟਮੈਂਟ ਨਾ ਕਰਨੀ ਪਵੇ। ਛੋਟੀ ਮੋਟੀ ਇਨਵੈਸਟਮੈਂਟ ਉਹ ਮੈਂ ਆਪਣੀ ਪੋਕਟ 'ਚੋਂ ਕਰਦੀ ਹਾਂ, ਜਦ ਕਿ ਮੇਰਾ ਆਪਣਾ ਕੰਮ ਵੀ ਇਫੈਕਟ ਹੋਇਆ ਬੁਰੀ ਤਰ੍ਹਾਂ। ਪਰ ਜਦੋਂ ਇੱਕ ਆਈਡੀਆ ਆ ਗਿਆ, ਫਿਰ ਤੁਸੀਂ ਉਹਦੇ ਲਈ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੇ ਹੋ। ਘਰ ਦੇ ਖਰਚਿਆਂ 'ਚੋਂ ਮੈਂ ਪੈਸੇ ਬਚਾ ਕੇ, ਕਿ ਮੈਂ ਘਰ ਨਹੀਂ ਦੇ ਰਹੀ, ਆਪੇ ਬਾਕੀ ਘਰ ਦੇ ਮੈਂਬਰ ਦੇਖਣਗੇ, ਬ੍ਰਦਰਸ ਦੇਖਣਗੇ, ਜਾਂ ਅਸੀਂ ਖਰਚੇ ਘੱਟ ਕਰਾਂਗੇ, ਉਹ ਮੈਂ ਪੈਸੇ ਆਪਣੇ ਇੱਧਰ ਯੂਜ਼ ਕਰਨੇ ਸ਼ੁਰੂ ਕੀਤੇ ਅਤੇ ਪੁਰਾਣੇ ਕੱਪੜੇ ਇਕੱਠੇ ਕੀਤੇ। ਬਾਕੀ ਸਾਰਾ ਮਟੀਰੀਅਲ ਮੈਂ ਖੁਦ ਅਰੇਂਜ ਕਰਦੀ ਹਾਂ, ਥੈਲੇ ਬਣਾਏ। ਫਿਰ ਕੁਛ ਲੜਕੀਆਂ ਸਾਡੇ ਕੋਲ ਆਈਆਂ, ਕਹਿੰਦੀਆਂ ਅਸੀਂ ਸਿੱਖਣਾ, ਅਸੀਂ ਕੰਮ ਕਰਨਾ ਹੈ ਪਰ ਸਾਨੂੰ ਆਉਂਦਾ ਨਹੀਂ ਹੈ। ਫਿਰ ਉਹਦੇ 'ਚ ਮੈਂ ਆਪਣੀ ਫਰੈਂਡਸ ਨਾਲ ਗੱਲ ਕੀਤੀ, ਕਹਿੰਦੇ ਫਿਰ ਤੁਸੀਂ ਟ੍ਰੇਨਿੰਗ ਦੇ ਲਓ। ਫਿਰ ਹੁਣ ਹਰੀਆਂ ਚਿੜੀਆਂ ਪ੍ਰੋਜੈਕਟ ਦੇ ਅੰਡਰ ਸਾਡੇ 2 ਜਿਹੜੀਆਂ ਸ਼ਾਖਾਵਾਂ ਚੱਲ ਰਹੀਆਂ ਨੇ। ਇੱਕ ਤਾਂ ਹੈ ਵੇਸਟ ਕਲੋਥ ਨੂੰ ਰੀਸਾਈਕਲ ਕਰਨਾ, ਉਹ 'ਚ ਅਸੀਂ ਥੈਲੇ ਬੈਗ, ਡਿਜ਼ਾਈਨਰ ਬੈਗ ਵੀ ਬਣਾ ਰਹੇ ਹਾਂ, ਜਿੱਦਾਂ ਫੁੱਟ ਮੈਟਸ ਬਣ ਰਹੇ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ, ਪਿੱਠੂ ਬੈਗਸ ਨੇ ਜਿਹੜੇ ਜਿਮ ਵਿੱਚ ਲੈ ਕੇ ਜਾਣ ਵਾਲੇ, ਉਹ ਵਾਲੇ ਅਸੀਂ ਸਾਰੇ ਯੂਜ਼ ਕਰ ਰਹੇ ਹਾਂ। ਦੂਸਰਾ ਪ੍ਰੋਜੈਕਟ ਸਾਡਾ ਇਹਦੇ ਅੰਡਰ ਚੱਲ ਰਿਹਾ, ਦੂਸਰੀ ਸ਼ਾਖਾ ਹੈ ਹਰੀਆਂ ਚਿੜੀਆਂ ਪ੍ਰੋਜੈਕਟ ਦੇ ਅੰਡਰ ਕਟਿੰਗ ਐਂਡ ਟੇਲਰਿੰਗ ਦੀ ਅਸੀਂ ਟ੍ਰੇਨਿੰਗ ਦੇ ਰਹੇ ਹਾਂ 15 ਲੜਕੀਆਂ ਨੂੰ। ਉਹਦੇ ਵਿੱਚ 3-4 ਲੇਡੀਜ਼ ਨੇ, ਔਰ ਇੱਕ ਲੇਡੀ ਜਿਹੜੀ ਹੈ 55-56 ਦੀ ਵੀ ਮੇਰੇ ਖਿਆਲ ਨਾਲ ਹੈ, ਇੱਕ 70+ ਹੈ, ਉਹ ਦਾਦੀ ਮਾਂ ਆ। ਅਤੇ ਉਹ ਇਸ ਲੌਜਿਕ ਨਾਲ ਆਈ, ਕਹਿੰਦੀ ਹੁਣ ਮੈਂ ਤਾਂ ਕੋਈ ਕੰਮ ਕਰਨਾ ਨਹੀਂ ਹੁੰਦਾ ਘਰ, ਪਰ ਮੈਂ ਘਰ 'ਚ ਕੰਟਰੀਬਿਊਟ ਕਰਨਾ ਚਾਹੁੰਦੀ ਹਾਂ। ਥੋੜ੍ਹੀ ਬਹੁਤ ਸਿਲਾਈ ਆਉਂਦੀ ਹੈ, ਫਿਰ ਉਹ ਮਾੜਾ ਮੋਟਾ ਮਤਲਬ ਵਿੱਚੋਂ ਜਿੱਦਾਂ ਹਫ਼ਤੇ 'ਚ 2-4 ਦਿਨ ਆ ਜਾਂਦੇ ਆ, ਸਿੱਖ ਲੈਂਦੇ ਆ। ਫਿਰ ਥੈਲੇ ਬਣਾਉਣ ਲਈ ਕੁਛ ਨਾਲ ਲੈ ਜਾਂਦੇ ਆ, ਫਿਰ ਜੋ ਬਣ ਜਾਂਦੇ ਫਿਰ ਉਹਨਾਂ ਦਾ ਫੋਨ ਆਉਂਦਾ, ਮੈਡਮ ਜੀ ਮੇਰੇ 500 ਰੁਪਏ ਬਣ ਗਏ। ਫਿਰ ਅਸੀਂ ਇੱਕਦਮ ਤਾਂ ਨਹੀਂ ਦੇ ਪਾਉਂਦੇ, ਉਹ ਲਿਖ ਲਈਦਾ। ਫਿਰ ਜਿਹਦੇ ਪਹਿਲਾਂ ਕੰਮ ਹੋਈ ਜਾ ਰਿਹਾ ਹੁੰਦਾ, ਜਿੱਦਾਂ ਦਾ ਪੈਸੇ ਆਉਂਦੇ ਨੇ, ਕੋਈ ਡੋਨੇਟ ਕਰਦਾ ਹੈ, ਜਾਂ ਜਿੱਥੇ ਮੇਰੇ ਕੋਲ ਆਪਣੀ ਕੋਈ ਪ੍ਰੋਫੈਸ਼ਨਲ ਪੇਮੈਂਟ ਆ ਗਈ ਤਾਂ ਮੈਨੂੰ ਲੱਗਦਾ ਹਾਂ ਇਹ ਪੁਰਾਣੀ ਫਸੀ ਹੋਈ ਪੇਮੈਂਟ ਸੀਗੀ, ਅਤੇ ਸਮਝ ਲਾ ਮੇਰੇ ਕੋਲ ਨਹੀਂ ਹੈ, ਅਤੇ ਮੈਂ ਉਹ ਡਿਸਟਰੀਬਿਊਟ ਕਰ ਦਿੰਦੀ ਹਾਂ। ਅਤੇ ਉਹ ਮੈਨੂੰ ਉਹਨਾਂ ਦੀ ਖੁਸ਼ੀ ਬੜੀ ਵਧੀਆ ਲੱਗਦੀ ਹੈ ਕਿ ਜਿੱਦਾਂ ਹੁਣ ਘਰ 'ਚ ਦਾਦੀ ਮਾਂ ਬੈਠੀ ਹੈ, ਸਾਨੂੰ ਲੱਗਦਾ ਕਿ ਇਹ ਤਾਂ ਜ਼ਿੰਮੇਵਾਰੀ ਨਿਭਾ ਚੁੱਕੀ, ਹੁਣ ਪਾਠ ਕਰਨ, ਕਹਿੰਦੀ ਮੈਂ ਪਾਠ ਨਹੀਂ ਕਰਨਾ। ਵੀ ਪਾਠ ਤਾਂ ਮਤਲਬ ਕਰਨਾ ਪਾਠ, ਪਰ ਜੇ ਮੈਂ ਕੰਮ ਕਰ ਸਕਦੀ ਹਾਂ, ਅਤੇ ਉਹਨਾਂ ਨੂੰ ਥੈਲੇ ਬਣਾ ਕੇ ਬੜੀ ਖੁਸ਼ੀ ਹੁੰਦੀ ਹੈ। ਅਤੇ ਸੋ ਇਹਦੇ ਵਿੱਚ ਮੇਰੇ ਕੋਲ 15 ਲੜਕੀਆਂ ਨੇ। ਇਹਦੇ 'ਚ ਅਸੀਂ ਕੋਲੈਬੋਰੇਸ਼ਨ ਕੀਤੀ ਹੈ ਹੰਸਰਾਜ ਮਹਿਲਾ ਮਹਾਵਿਦਿਆਲਿਆ ਦੇ ਨਾਲ। ਉੱਥੋਂ ਦਾ ਜਿਹੜਾ ਫੈਸ਼ਨ ਡਿਜ਼ਾਇਨਿੰਗ ਦਾ ਡਿਪਾਰਟਮੈਂਟ ਹੈ, ਉਹ ਸਾਨੂੰ ਪੂਰੀ ਗਾਈਡ ਕਰ ਰਿਹਾ ਹੈ। ਮੇਰੀ ਜਿਹੜੀ ਟੀਚਰ ਰੱਖੀ ਅਸੀਂ ਪੇ ਕਰਦੇ ਹਾਂ, ਉਹਨਾਂ ਨੂੰ ਫੀ ਦੇ ਰਹੇ ਹਾਂ, ਉਹ ਫੈਸ਼ਨ ਡਿਜ਼ਾਇਨਿੰਗ ਦੀ MSc ਕੀਤੀ ਹੋਈ ਹੈ। ਕਿਉਂਕਿ ਕਈ ਵਾਰ ਜਦੋਂ ਇਹਦੇ ਛੋਟੇ ਲੈਵਲ 'ਤੇ ਟ੍ਰੇਨਿੰਗ ਚੱਲਦੀ ਹੈ, ਅਤੇ ਉੱਥੇ ਕਈ ਵਾਰ ਪ੍ਰੋਫੈਸ਼ਨਲ ਲੈਵਲ 'ਤੇ ਨਹੀਂ ਹੁੰਦਾ, ਕੋਈ ਵੀ ਜਿਹਨੂੰ ਥੋੜ੍ਹੀ ਬਹੁਤ ਸਿਲਾਈ ਕਢਾਈ ਆਉਂਦੀ ਹੈ ਉਹ ਸਿਖਾ ਦਿੰਦੇ ਆ। ਇਹ ਟ੍ਰੇਨ ਟੀਚਰ ਹੈ, ਔਰ ਜਿਹੜੀਆਂ ਲੇਡੀਜ਼ ਵੀ ਸਿੱਖਣ ਆ ਰਹੀਆਂ ਉਹ ਕਹਿੰਦੀਆਂ ਸਾਨੂੰ ਬਹੁਤ ਖੁਸ਼ੀ ਹੋਈ। ਕਿਉਂਕਿ ਉਹਨਾਂ ਨੂੰ ਆਉਂਦੀ ਤਾਂ ਹੈ ਸਿਲਾਈ ਕਰਨੀ, ਪਰ ਲੇਕਿਨ ਜਿਹੜੀਆਂ ਉਹ ਟਰਮਸ ਹੈ, ਜਿਹੜੀਆਂ ਉਹ ਕਟਿੰਗ ਲਿਖ ਕੇ ਯਾਦ ਕਰਕੇ ਉਹ ਅੰਦਾਜ਼ੇ ਨਾਲ ਕੱਟਦੀਆਂ ਸੀਗੀਆਂ, ਉਹ ਜਿਹੜੇ ਲਿਖ ਕੇ ਉਹਨਾਂ ਨੇ ਕਾਪੀਆਂ ਤਿਆਰ ਕੀਤੀਆਂ, ਸੈਂਪਲਸ ਤਿਆਰ ਕੀਤੇ ਨੇ, ਅਤੇ ਉਹਨਾਂ ਨੂੰ ਸਿੱਖਣ ਨੂੰ ਬਹੁਤ ਵਧੀਆ ਮੌਕਾ ਮਿਲਿਆ। ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਹੰਸਰਾਜ ਮਹਿਲਾ ਮਹਾਵਿਦਿਆਲਿਆ ਦੇ ਪ੍ਰਿੰਸੀਪਲ ਡਾਕਟਰ ਮਿਸਿਸ ਅਜੇ ਸਰੀਨ, ਜਿਹੜੇ ਸਾਡੇ ਇਸ ਪ੍ਰੋਜੈਕਟ ਦੇ ਸਾਡਾ MOU ਵੀ ਹੋਇਆ ਹੋਇਆ, ਅਤੇ ਉਹ ਇਸ ਪ੍ਰੋਜੈਕਟ ਲਈ ਹਰ ਤਰ੍ਹਾਂ ਦੀ ਹੈਲਪ ਲਈ ਤਿਆਰ ਰਹਿੰਦੇ ਆ, ਅਤੇ ਮੈਂ ਇਸ ਕੰਮ ਕਰਨ ਦੇ ਵਿੱਚ ਕਾਮਯਾਬ ਹੋ ਰਹੀ ਹਾਂ। ਸੋ ਮੈਮ ਜਿਹੜਾ ਬਹੁਤ ਵਧੀਆ ਜਿਹੜਾ ਤੁਸੀਂ ਇੱਕ ਇਨੀਸ਼ੀਏਟਿਵ ਲੈ ਰਹੇ ਹੋ, ਕਿ ਜਿਵੇਂ ਤੁਸੀਂ ਮੈਨੂੰ ਦੱਸਿਆ ਕਿ ਦਾਦੀ ਮਾਂ ਵੀ ਕੰਮ ਤੁਹਾਡੇ ਤੋਂ ਸਿੱਖ ਰਹੇ ਨੇ। ਮੈਨੂੰ ਲੱਗਦਾ ਕਿ ਛੋਟੇ ਬੱਚੇ ਤੋਂ ਲੈ ਕੇ 75 ਏਜ, ਜਿਵੇਂ ਤੁਸੀਂ ਦੱਸਿਆ ਕਿ ਸਾਰੇ ਤੁਹਾਡੇ ਨਾਲ ਜੁੜੇ ਹੋਏ ਨੇ। ਸੋ ਕਦੇ ਵੀ ਇੱਦਾਂ ਹੋਇਆ ਕਿ ਪੇਮੈਂਟ ਤੋਂ ਕਦੀ ਕਿਸੇ ਨੇ ਤੁਹਾਡੇ ਨਾਲ ਕਿਹਾ ਹੋਏ ਕਿ ਮੈਮ ਸਾਡਾ ਕੰਮ ਹੋ ਗਿਆ, ਪੇਮੈਂਟ ਨਹੀਂ ਆ ਰਹੀ? ਬਹੁਤ ਵਾਰ ਹੁੰਦਾ, ਕਈ ਤਾਂ ਨਾਰਾਜ਼ ਵੀ ਹੋ ਜਾਂਦੇ ਨੇ, ਪਰ ਸਭ ਨੂੰ ਇਹ ਪਤਾ ਹੈ ਕਿ ਜਦੋਂ ਮੇਰੇ ਕੋਲ ਪੇਮੈਂਟ ਹੈ ਤਾਂ ਉਹਨਾਂ ਨੂੰ ਉਸ ਵੇਲੇ ਮਿਲ ਜਾਣੀ ਹੈ। ਜੇ ਮੈਂ ਨਹੀਂ ਦੇ ਰਹੀ, ਇਟ ਮੀਨਸ ਮੇਰੇ ਕੋਲ ਨਹੀਂ ਹੈ। ਅਤੇ ਉਹ ਜਿਹੜੇ ਬੰਦੇ ਨਵੇਂ ਆਉਂਦੇ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ, ਜਿਹੜੇ ਪੁਰਾਣੇ ਕੰਮ ਕਰ ਰਹੇ ਦੇ ਅੰਡਰਸਟੈਂਡ। ਅਤੇ ਮੈਨੂੰ ਵੀ ਹੁੰਦਾ ਕਿ ਜਦੋਂ ਕਿਉਂਕਿ ਕੋਈ ਵੀ ਕੰਮ ਸਾਡਾ ਇੱਦਾਂ ਨਹੀਂ ਹੋ ਰਿਹਾ, ਜਿਹੜੇ ਅਸੀਂ ਕੱਪੜੇ ਵੀ ਇਕੱਠੇ ਕਰਦੇ ਹਾਂ ਨਾ ਸ਼ਗੁਨ, ਸਾਡੇ ਕੋਲ ਜਿੰਨੇ ਕੱਪੜੇ ਆਉਂਦੇ ਉਹਦਾ ਰਿਕਾਰਡ ਬਣਦਾ ਕਿ ਕਿੰਨੀਆਂ ਸ਼ਰਟਾਂ ਆਈਆਂ, ਕਿੰਨੇ ਸੂਟ ਆਏ, ਕਿੰਨੀਆਂ ਚੁੰਨੀਆਂ ਆਈਆਂ, ਕਿੰਨੀਆਂ ਸਾੜੀਆਂ ਆਈਆਂ। ਫਿਰ ਨਾਲ ਰੱਖਿਆ ਗਿਆ ਕਿ ਕਿੰਨੇ ਥੈਲੇ ਬਣ ਗਏ, ਕਿੰਨੇ ਬੈਗ ਬਣ ਗਏ, ਉਹਦਾ ਇੱਕ ਰਿਕਾਰਡ ਹੈ। ਇਸੇ ਤਰ੍ਹਾਂ ਹੀ ਜਿਹੜੀ ਔਰਤ ਕੰਮ ਕਰ ਰਹੀ ਹੈ, ਉਹਦੇ ਕੰਮ ਦਾ ਰਿਕਾਰਡ ਵੀ ਨਾਲ ਰੱਖਿਆ ਜਾਂਦਾ, ਉਹਦੀ ਕਿੰਨੀ ਪੇਮੈਂਟ ਬਣੀ, ਅਤੇ ਉਹ ਪੇਮੈਂਟ ਆਲਮੋਸਟ ਅਸੀਂ ਦੇਈ ਜਾ ਰਹੇ ਹਾਂ ਸਾਰਿਆਂ ਨੂੰ। ਹਾਂ, ਜ਼ਰੂਰ ਇਹੀ ਹੈ ਕਿਉਂਕਿ ਸਾਡੇ ਕੋਲ ਹਜੇ ਰਿਸੋਰਸਿਸ ਅਸੀਂ ਜੁਟਾ ਰਹੇ ਹਾਂ, ਇਮੀਡੀਏਟਲੀ ਨਹੀਂ ਕਰ ਪਾਉਂਦੇ ਉਹਨਾਂ ਨੂੰ, ਪਰ ਜਿਹੜੇ ਨਾਲ ਜੁੜੇ ਉਹਨਾਂ ਨੂੰ ਪਤਾ ਕਿ ਵਿਹਲਿਆਂ ਨਾਲੋਂ ਅਸੀਂ ਕੁਛ ਤਾਂ ਕਰ ਰਹੇ ਹਾਂ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਔਰ ਦੂਜੀ ਗੱਲ ਇਹ ਹੈ ਕਿ ਹਰੀਆਂ ਚਿੜੀਆਂ ਜਿਹੜਾ ਪ੍ਰੋਜੈਕਟ ਹੈ ਉਹ ਹੈ ਹੀ ਔਰਤਾਂ ਲਈ, ਮਹਿਲਾਵਾਂ ਲਈ। ਔਰ ਇਹ ਕੋਈ ਮੈਂ ਇੱਦਾਂ ਨਹੀਂ ਸ਼ੁਰੂ ਕੀਤਾ ਹੋਇਆ ਕਿ ਜੀ ਇੱਥੇ ਮੈਂ ਆਪਣਾ ਪ੍ਰੋਫਿਟ ਕੱਢਣਾ ਆ ਇੱਥੇ, ਬਲਕਿ ਇਹ ਪ੍ਰੋਜੈਕਟ ਸ਼ੁਰੂ ਕਰਕੇ ਮੈਨੂੰ ਕਈ ਚੁਣੌਤੀਆਂ ਆਈਆਂ, ਬਲਕਿ ਮੇਰਾ ਸੈਂਟਰ ਤਾਂ ਲੌਕ ਕਰ ਦਿੱਤਾ ਗਿਆ ਕਿ ਜੀ ਤੁਸੀਂ ਕਿਰਾਇਆ ਨਹੀਂ ਦੇ ਰਹੇ। ਮਤਲਬ ਇੱਦਾਂ ਦੇ ਵੀ ਲੋਕ ਬਹੁਤ ਸਮਝਦਾਰ ਵਾਲੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇੱਥੇ ਹੋ ਕੀ ਰਿਹਾ ਹੈ।
ਕਿਉਂਕਿ ਜਿਹੜੀ ਮੇਰੇ ਕੋਲ ਪੇਮੈਂਟ ਆ ਰਹੀ ਮੈਂ ਪਹਿਲਾਂ ਉਹਨਾਂ ਲੇਡੀਜ਼ ਨੂੰ ਲੜਕੀਆਂ ਨੂੰ ਵੰਡ ਰਹੀ ਹਾਂ, ਪਰ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਇਹ ਪੇਮੈਂਟ ਹੋਲਡ ਹੋ ਸਕਦੀ ਹੈ, ਇਹ ਅਗਰ ਮਹੀਨੇ ਬਾਅਦ 2 ਮਹੀਨੇ ਬਾਅਦ ਚਲੇ ਜਾਏ ਕੋਈ ਹਰਜ਼ ਨਹੀਂ ਹੈਗਾ, ਪਰ ਉਹ ਲੋਕਾਂ ਦੀ ਸਮਝ ਹੈ ਨਹੀਂ। ਤੇ ਮੇਰੀ ਸਿਰਫ ਇਹੀ ਗੁਜ਼ਾਰਿਸ਼ ਹੈ ਕਿ ਹਰੀਆਂ ਚਿੜੀਆਂ ਪ੍ਰੋਜੈਕਟ ਜਿਹੜਾ ਕੁਦਰਤ ਨਾਲ ਜੁੜਿਆ ਹੋਇਆ ਹੈ, ਹਰੀਆਂ ਚਿੜੀਆਂ ਦਾ ਮਤਲਬ ਇਹੀ ਹੈ, ਚਿੜੀਆਂ ਇੱਕ ਫੀਮੇਲ ਮਹਿਲਾ ਸ਼ਕਤੀ ਹੈ, ਹਰੀਆਂ ਦਾ ਮਤਲਬ ਕੁਦਰਤ ਹੈ। ਅਸੀਂ ਦੋਹਾਂ ਨੂੰ ਬਚਾ ਰਹੇ ਹਾਂ, ਦੋਹਾਂ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਕਰ ਰਹੇ ਹਾਂ। ਮੈਂ ਇੱਕ ਛੋਟਾ ਜਿਹਾ ਇਸ ਸੁਸਾਇਟੀ ਦਾ ਇੱਕ ਹਿੱਸਾ ਹਾਂ, ਮੈਂ ਆਪਣੀ ਕੈਪੈਸਿਟੀ ਆਪਣੀ ਵਿੱਤ ਦੇ ਹਿਸਾਬ ਨਾਲ ਕਰ ਰਹੀ ਹਾਂ, ਪਰ ਇਸ ਨੂੰ ਹੋਰ ਵਧਾਉਣ ਲਈ, ਤਾਂ ਕਿ ਇਸ ਵੇਲੇ ਮੇਰੇ ਕੋਲ 15-20 ਲੜਕੀਆਂ ਤੇ ਲੇਡੀਜ਼ ਜੁੜੀਆਂ ਹੋਈਆਂ ਨੇ, ਇਹਨਾਂ ਨੂੰ ਇਸ ਸਾਲ ਦੀ ਜੂਨ ਆਉਣ ਤੋਂ ਪਹਿਲਾਂ ਮੈਂ 100 ਕਰ ਲੈਣਾ ਹੈ, ਤੇ ਆਉਣ ਵਾਲੇ ਅਗਲੇ ਸਾਲ ਦੇ ਵਿੱਚ 500। ਤਾਂ ਇਹਦੇ ਲਈ ਮੈਨੂੰ ਬਹੁਤ ਸਹਿਯੋਗ ਦੀ ਲੋੜ ਹੈ। ਤੁਹਾਡਾ ਜੋ ਸਹਿਯੋਗ ਹੈ ਜਿਸ ਰੂਪ 'ਚ ਦਿੰਦੇ ਹੋ ਉਹਦੇ ਲਈ ਮੈਂ ਸ਼ੁਕਰਗੁਜ਼ਾਰ ਹਾਂ, ਅਤੇ ਜਿੱਦਾਂ ਸਹਿਯੋਗ ਮਿਲਦਾ ਰਹੇਗਾ ਇਹ ਕਾਫਲਾ ਹਰੀਆਂ ਚਿੜੀਆਂ ਦਾ ਇਹ ਡਾਰ ਇੱਦਾਂ ਹੀ ਉੱਡਦੀ ਰਹੇਗੀ। ਮੈਮ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਹੈ, ਸੋ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਲਈ ਇੱਕ ਮੈਸੇਜ। ਮੈਸੇਜ ਸਿਰਫ ਇਹੀ ਹੈ ਕਿ ਜਿੱਥੇ ਵੀ ਕਿਤੇ ਜੇ ਤੁਹਾਨੂੰ ਪ੍ਰਮਾਤਮਾ ਨੇ ਤੁਹਾਡੇ ਜੋਗੇ, ਤੁਹਾਡੇ ਪਰਿਵਾਰ ਜੋਗੇ ਸਾਧਨ ਦੇ ਦਿੱਤੇ ਹੈ, ਤੇ ਕਿਰਪਾ ਕਰਕੇ ਆਸ-ਪਾਸ ਨਜ਼ਰ ਜ਼ਰੂਰ ਦੌੜਾਓ। ਜੇ ਕੋਈ ਵੀ ਇੱਦਾਂ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸਿਰਫ ਆਪਣੇ ਲਈ ਨਹੀਂ, ਆਪਣੇ ਨਾਲ ਭਾਵੇਂ 4 ਲੋਕਾਂ ਲਈ, ਜਿਵੇਂ ਮੈਂ ਸਟਾਰਟਿੰਗ 'ਚ ਕਿਹਾ, ਉਹਨਾਂ ਦੇ ਲਈ ਸਹਾਰਾ ਬਣ ਰਿਹਾ, ਤੇ ਉਹਦਾ ਸਹਾਰਾ ਵੀ ਜ਼ਰੂਰ ਬਣੋ। ਤੇ ਉਹ ਲੋਕ ਜਿਹੜੇ ਲੋਕ ਅਜਿਹੇ ਕੰਮਾਂ ਦੇ ਰਸਤੇ ਵਿੱਚ ਰੁਕਾਵਟ ਬਣਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਜੇ ਪਰਮਾਤਮਾ ਨੇ ਤੁਹਾਨੂੰ ਕੁਛ ਦਿੱਤਾ ਉਹਦਾ ਸ਼ੁਕਰ ਕਰੋ, ਔਰ ਕਿਸੇ ਦੇ ਬਣਦੇ ਕੰਮ ਨੂੰ ਵਿਗਾੜਨ ਦੇ ਲਈ ਉਹਦੇ 'ਚ ਲੱਤਾਂ ਨਾ ਅੜਾਓ। ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਚੰਗਾ ਰਿਸਪੌਂਸ ਮਿਲਿਆ। ਹੋਰ ਰਿਸਪੌਂਸ ਦੀ ਵੀ ਲੋੜ ਹੈ, ਕਿਉਂਕਿ ਸਾਡੀ ਜਿਹੜੀ ਮੰਜ਼ਿਲ ਆ ਬਹੁਤ ਦੂਰ ਦੀ ਹੈ। ਅਸੀਂ ਕਾਫਲਾ ਬਹੁਤ ਵੱਡਾ ਬਣਾਉਣਾ ਚਾਹੁੰਦੇ ਹਾਂ, 100 ਫਿਰ 500 ਫਿਰ ਹਜ਼ਾਰਾਂ ਵਿੱਚ ਹਰੀਆਂ ਚਿੜੀਆਂ ਮਿਲ ਕੇ ਇਸ ਕੁਦਰਤ ਨੂੰ ਵੀ ਹਰਿਆ ਭਰਿਆ ਰੱਖਣ, ਤੇ ਸਾਡੇ ਪਰਿਵਾਰ ਵੀ ਜਿਹੜੇ ਨੇ ਉਹਨਾਂ 'ਚ ਖੁਸ਼ਹਾਲੀ ਆਵੇ, ਹੋਰ ਖੁਸ਼ਹਾਲੀ ਆਵੇ। ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਲਈ। ਸੋ ਇਸ ਦੇ ਨਾਲ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇੱਥੇ ਸਮਾਪਤ ਕਰਦੇ ਹਾਂ। ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਤਦ ਤੱਕ ਸਾਡਾ ਚੈਨਲ ਦੇਖਦੇ ਰਹੋ, ਪ੍ਰੋ ਸਨੇਹਾ TV। ਸਤਿ ਸ਼੍ਰੀ ਅਕਾਲ।